रब दे बारे क्लीयर हैं आपां सारे, ठीक है। भी वो जिहड़ी शक्ति दी जिहड़े एक दी गल गुरु नानक देव जी ने कीती है ना, वो किते इदां देह दे रूप च नहीं बैठा, वो गल निजम दी आ, जिहड़ा बणिया अपने आप तो आ, वो सानू समझ आ जानी है, ठीक है जी। गल आ गई दसां दी। जिदण असी क्लीयर हो गए कि उन्हां दी अमानत साडे कोल गुरु ग्रंथ साहिब हैगे आ, उत्थों सानू उन्हां दी पिक्चर पता लगदी है। गुरु ग्रंथ साहिब नूं समझण लई एक दा संकल्प आ जिहड़ा, वो जिदण दिमाग दे विच आ गया, वो जिदण उस निजम दी गल साडे गेड़ विच आ गई, उदण सिमरना, आराधना, ध्याउणा, जपना, मिलना, जीवन सफल करना, अगला जन्म, पिछला जन्म, सारा कुछ क्लीयर हो जाना साडा। कोई पंक्ति नहीं ऐसी होनी जिहदे अर्थ ना, सानू सारियां पंक्तियां दे अर्थ जिहड़े आ उहदे विच जाना चाहिदा। गल इह आ कि उन्हां दसां दी, उन्हां 35 दी जिहड़े इनकलाबी सी, जिहड़े उस वेले दे जहादी सी, जिन्हां ने उस वेले कोई इनकलाब लिआउण दे लई, रेवोल्यूशन लिआउण दे लई उपराले कीते आ, उन्हां दी अमानत आ साडे कोल, इह याद आ साडे कोल, असीं सत्कार करदे आ उहदा। कोई होवे ना तुहाडे आले दुआले, कोई मान लो लड़की आ, वो अपने टब्बर दे विच, परिवार दे विच बहुत प्रैशर थले रहिंदी आ, वो किसी मुंडे नूं पसंद करदी है, पर घर दे आला दुआला जिहड़ा उहदा साथ नहीं दे रहा। ऑल ऑफ सडन कोई उहदा चाचा, कोई ताया, कोई मामा, कोई भूआ, कोई घर दे विच कोई रिश्तेदार इदां दा जिहदी घर दे गल सुणदे आ, वो उहदे दिमाग च आउंदा, वो उहदे नाल गल करदी आ, गल करके उहनूं कन्विंस करदी आ भी एक वारी मेरा पक्ष तां सुण लो बैठ के, जो मैं कह रही हां तुसीं दस दिओ, तुहानूं डर किहड़ी गल दा आ? तुसीं कहंदे मेरे घर दे कहंदे भी नहीं उत्थे रिश्ता नहीं होण देना, ਇਹ ਕੁੜੀ ਨੇ ਪਸੰਦ ਕੀਤਾ ਸਾਨੂੰ ਨਹੀਂ, ਇੱਕ ਵਾਰੀ ਤੁਸੀਂ ਦੱਸ ਦਿਓ ਤੁਹਾਡੀ ਇੱਛਾ ਕੀ ਆ, ਮੇਰੀ ਸੁਣ ਲਓ, ਇੱਕ ਵਾਰੀ ਗੱਲ ਤਾਂ ਕਰ ਲਓ। ਤੇ ਉਹ ਜਿਹੜਾ ਬੰਦਾ ਉਹਨੂੰ ਲੱਗਾ ਸੀ ਜੈਨੂਨ, ਜਿਹੜਾ ਉਹਨੇ ਬੈਠਾ, ਉਹਨੇ ਗੱਲ ਸੁਣ ਲਈ, ਉਹਨੂੰ ਭਾ ਗਈ, ਉਹ ਕਹਿੰਦਾ ਮੈਂ ਕਰਦਾ ਕੁਛ। ਉਹ ਘਰਦਿਆਂ ਨੂੰ ਸਮਝਾਉਂਦਾ ਵੀ ਦੇਖੋ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ। ਜਿਹੜੀ ਲੜਕੀ ਰਾਤ ਨੂੰ 10 ਵਜੇ ਕਹਿੰਦੀ ਸੀ ਵੀ ਮੈਂ 버ਗਰ ਖਾਣਾ, ਮੈਂ ਰੋਟੀ ਨਹੀਂ ਖਾਣੀ, ਤੁਸੀਂ ਉੱਠ ਕੇ ਜਾ ਕੇ 버ਗਰ ਲੈ ਕੇ ਆਉਂਦੇ ਸੀ, ਵੀ ਧੀ ਮੇਰੀ ਇਹਨੇ ਕਹਿ ਦਿੱਤਾ ਨਾ ਇੱਕ ਵਾਰੀ ਬਸ, ਵੀ ਸਾਰਾ ਟੱਬਰ ਲੜਦਾ ਸੀ ਇਦਾਂ ਵੀ ਕਿਉਂ ਚਮਲਾਉਣ ਲੱਗੇ ਹੋ ਆ, ਕੱਪੜੇ ਉਹਦੀ ਮਰਜ਼ੀ ਦੇ, ਕੇਕ ਉਹਦੀ ਮਰਜ਼ੀ ਦਾ, ਉਹਦੇ ਬਰਥਡੇ ਤੇ ਵੀ ਜਿਹੜੇ ਗਿਫਟ ਆ ਉਹਦੀ ਮਰਜ਼ੀ ਦੇ, ਉਹਦੀਆਂ ਸਹੇਲੀਆਂ ਦੇ ਲਈ ਵੀ ਗਿਫਟ ਜਿਹੜੇ ਆ ਮਹਿੰਗੇ ਤੋਂ ਜੋ ਚਾਹੁੰਦੀ ਸੀ ਦਿੰਦੇ ਸੀ ਤੁਸੀਂ। ਅੱਜ ਉਹ ਖੁਸ਼ ਰਹਿਣ ਲਈ ਕਿਸੇ ਨੂੰ ਪਸੰਦ ਕਰਦੀ ਆ, ਉਹਦੇ ਕੋਈ ਇੰਨਾ ਦਿਮਾਗ ਆ, ਇੰਨੀ ਅਕਲ ਆ, ਉਹਦੀਆਂ ਦਲੀਲਾਂ ਉਹ ਲੌਜਿਕ ਦੇ ਰਹੀ ਆ, ਸੁਣ ਤਾਂ ਲਓ। ਅੱਜ ਕਿਉਂ ਤੁਸੀਂ ਅਤਿਆਚਾਰੀ ਹੋਏ ਆ? ਉਹ ਬਿਠਾਉਂਦਾ ਆ, ਉਹ ਗੱਲ ਸ਼ਾਂਤੀ ਦੇ ਨਾਲ ਸਾਰੀ ਸੁਣਦੇ ਆ, ਸੁਣ ਕੇ ਮੰਨ ਲਓ ਉਹ ਗੱਲ ਸਿਰੇ ਚੜ ਜਾਂਦੀ ਆ। ਹੁਣ ਦੇਖੋ ਉਹ ਜਿਹੜੀ ਲੜਕੀ, ਜਿਹੜੀ ਬੱਚੀ ਆ, ਉਹ ਜਿਸ ਬੰਦੇ ਨੇ ਗੱਲ ਸੁਣ ਲਈ, ਉਹਦੀ ਜਿਹਨੇ ਉਹਦੇ ਬਿਹਾਫ ਤੇ ਵਾਕਿਆ ਨੂੰ ਕਨਵਿੰਸ ਕਰ ਦਿੱਤਾ, ਜਿਹੜਾ ਉਹਦਾ ਐਡਵੋਕੇਟ ਬਣ ਕੇ ਵਿਚਰਿਆ, ਉਹਦੇ ਲਈ ਕਿੰਨਾ ਸਤਿਕਾਰ ਆਊਗਾ ਬੱਚੀ ਦੇ ਮਨ 'ਚ। ਜਿੱਦਣ ਕੋਈ ਕੰਮ ਉਹ ਕਹੂਗਾ, ਜਿੱਦਣ ਕੋਈ ਗੱਲ ਹੋਊਗੀ, ਜਿੱਦਣ ਉਹ ਸਾਹਮਣੇ ਆਊਗਾ, ਉਹ ਭੱਜ ਕੇ ਜਾ ਕੇ ਮਿਲੂਗੀ ਨਾ ਉਹਨੂੰ। ਹਾਲਾਂਕਿ ਜਦੋਂ ਨਾ ਅਸੀਂ ਆਪਣੇ ਪਿਛੋਕੜ ਨੂੰ ਦੇਖ ਕੇ ਭਗਤਾਂ ਦੇ ਬਾਰੇ, ਗੁਰੂ ਸਾਹਿਬ ਦੇ ਬਾਰੇ ਕੰਪੇਅਰ ਕਰਕੇ ਦੇਖੀਏ ਤਾਂ ਕੋਈ ਅੱਜ ਦੇ ਸਮੇਂ ਦੀ ਕੋਈ ਇਦਾਂ ਦੀ ਉਦਾਹਰਣ ਨਹੀਂ ਮਿਲਦੀ ਜਿਹਨੂੰ ਅਸੀਂ ਲਾ ਕੇ ਕਹੀਏ ਵੀ ਜਿੱਦਾਂ ਅੱਜ ਦੇ ਸਮੇਂ 'ਚ ਇਹਨੇ ਉਹਦੇ ਲਈ ਕੀਤਾ, ਇਹ ਕੰਮ ਗੁਰੂ ਸਾਹਿਬ ਕਰਕੇ ਕੋਈ ਨਹੀਂ ਮਿਲਣੀ ਸਾਨੂੰ। ਕਿ ਸਾਨੂੰ ਖਰੀਦਿਆ ਵੇਚਿਆ ਜਾਂਦਾ ਸੀ, ਲਤਾੜਿਆ ਜਾਂਦਾ ਸੀ, ਸਾਨੂੰ ਪੜ੍ਹਨ ਦਾ ਹੱਕ ਨਹੀਂ ਸੀ, ਸਾਨੂੰ ਸੁਣਨ ਦਾ ਹੱਕ ਨਹੀਂ ਸੀ, ਅਸੀਂ ਦੇਖ ਨਹੀਂ ਸੀ ਸਕਦੇ ਕਿਸੇ ਨੂੰ, ਪਸੰਦ ਨਹੀਂ ਸੀ ਕਰ ਸਕਦੇ ਕਿਸੇ ਨੂੰ, ਅਸੀਂ ਇੱਛਾ ਵੀ ਨਹੀਂ ਕਰ ਸਕਦੇ ਸੀ, ਗੁਲਾਮ ਸੀ ਅਸੀਂ। ਸਾਡੀਆਂ ਔਰਤਾਂ ਨੂੰ ਜਦੋਂ ਮੁਟਿਆਰ ਹੁੰਦੀਆਂ ਸੀ, ਮੁਟਿਆਰ ਵੀ ਕਾਹਦੀਆਂ 12-14 ਸਾਲ ਦੀ ਉਮਰ 'ਚ ਸਾਡੀਆਂ ਅੱਖਾਂ ਦੇ ਸਾਹਮਣੇ ਕੋ ਲੈ ਜਾਂਦਾ ਸੀ ਚੱਕ ਕੇ, ਜਿਹੜੀਆਂ ਬਚ ਜਾਂਦੀਆਂ ਸੀ ਉਹਨੂੰ ਧਾਰਮਿਕ ਗੁੰਡੇ ਧਰਮ ਦੇ ਨਾਂ ਦੇ ਉੱਤੇ ਰਖੈਲਾਂ ਬਣਾ ਕੇ ਰੱਖਦੇ ਸੀ।
ਵਿਆਹ ਤੋਂ ਪਹਿਲਾਂ ਜਦੋਂ ਕੁੜੀ ਨੂੰ ਪਸੰਦ ਕਰਕੇ ਮੁੰਡਾ ਵਿਆਹ ਕੇ ਲੈ ਕੇ ਆਉਂਦਾ ਸੀ, ਉਹਦੇ ਲਈ ਵੀ ਪੁਜਾਰੀ ਕਹਿੰਦਾ ਸੀ ਵੀ ਨਹੀਂ, ਪਹਿਲਾਂ ਭੋਗ ਲੱਗਣਾ ਆ, ਰਾਤ ਉੱਥੇ ਛੱਡ ਗਿਆ ਪਹਿਲਾਂ। ਔਰ ਖੁਸ਼ੀ ਖੁਸ਼ੀ ਉਹਨੂੰ ਆਪਣੀ ਕਿਸਮਤ ਸਮਝ ਕੇ, ਆਪਣੇ ਫਰਜ਼ ਸਮਝ ਕੇ ਹਰ ਕੋਈ ਨਿਭਾ ਰਿਹਾ ਸੀ। ਹੁਣ ਅੱਜ ਜੇ ਆਪਣੀ ਬੱਚੀ ਵੱਲ ਨੂੰ, ਜਾਣੀ ਕੋਈ ਮੁੰਡਾ ਜਿਹੜਾ ਉਹਦੇ ਨਾਲ ਜ਼ਿੰਦਗੀ ਗੁਜ਼ਾਰਨੀ ਚਾਹੁੰਦਾ, ਉਹਦੇ ਲਈ ਵੀ ਮਾਪੇ ਤਿਆਰ ਨਹੀਂ ਹੋਣ ਨੂੰ ਰਾਜੀ। ਉਹ ਦਿਨ ਦੇਖੋ ਜਦੋਂ ਕੋਈ ਸਾਹਮਣੇ ਚੱਕ ਕੇ ਏਦਾਂ ਲੈ ਜਾਂਦਾ ਸੀ ਤੇ ਸਾਹਮਣੇ ਉਹਨੂੰ ਇਹ ਸੌਦਾ ਕਰਦਾ ਸੀ ਉਹਨਾਂ ਨਾਲ ਵੀ ਕੁੜੀ ਤੋੜ ਦਿਓ, ਨਹੀਂ ਤਾਂ ਮੁੰਡਾ ਕਤਲ ਕਰਾਂਗੇ ਤੁਹਾਡਾ। ਨਹੀਂ, ਘਰਦਿਆਂ ਨੂੰ ਪਤਾ ਲੱਗਦਾ ਸੀ ਪਿੱਛੇ ਜੀ ਆ ਘਰ ਦੇ, ਇਹੀ ਇੱਕ ਜਣਾ ਕੰਮ ਕਰਨੇ ਵਾਲਾ ਹੈ, ਜੇ ਇਹਦੇ ਨਾਲ ਇਹ ਲੜਿਆ ਉਹਨੂੰ ਅੰਦਰ ਹੁੜ ਦਿੰਦੇ ਸੀ, ਘਰ ਦੇ ਅੰਦਰ ਦਰਵਾਜ਼ੇ ਲਾ ਦਿੰਦੇ ਸੀ ਵੀ ਉਹ ਅੱਜ ਆਏ ਆ, ਉਹਨੀ ਲੈ ਕੇ ਜਾਣੀਆਂ ਕੁੜੀਆਂ ਪਿੰਡ ਚੋਂ ਚੱਕ ਕੇ। ਇਹ ਕਮਲਾ ਹੋਇਆ, ਮੋਹਰੇ ਲੜ ਪੈਣਾ, ਉਹਨੀ ਵੱਢ ਪੁੱਟ ਦੇਣਾ, ਇਹਨੂੰ ਅੰਦਰ ਹੁੜ ਦਿੰਦੇ ਸੀ, ਉਹਨੂੰ ਬਾਹਰ ਭੇਜ ਦਿੰਦੇ ਸੀ ਪਿੰਡ ਤੋਂ, ਖੇਤਾਂ, ਦੱਸਦੇ ਨਹੀਂ ਸੀ। ਉਸ ਸਭ ਕੁਛ ਦੇ ਵਿਰੁੱਧ ਖੜਨ ਦੀ, ਡਟਣ ਦੀ ਹਿੰਮਤ ਦਿੱਤੀ ਆ ਸਾਨੂੰ। ਪੀੜ੍ਹੀ ਦਰ ਪੀੜ੍ਹੀ ਹੌਲੀ ਹੌਲੀ ਕਰਦਿਆਂ ਨੇ ਸਮਾਜ ਨੇ ਵਿਕਾਸ ਕੀਤਾ, ਅੱਜ ਇੱਥੇ ਪਹੁੰਚੇ ਹਾਂ। ਤੇ ਉਹਨਾਂ ਦਾ ਸਤਿਕਾਰ ਕਿੰਨਾ ਹੈ ਸਾਡੇ ਦਿਮਾਗ ਦੇ ਵਿੱਚ, ਮਨ ਦੇ ਵਿੱਚ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ, 10 ਪਾਤਸ਼ਾਹ, ਉਹਨਾਂ 35 ਨੂੰ ਇਸ ਨਜ਼ਰੀਏ ਨਾਲ ਦੇਖਾਂਗੇ, ਫਿਰ ਸਾਨੂੰ ਪਤਾ ਲੱਗਣਾ ਕਿ ਇਹ ਆਨੰਦ ਕਾਰਜ ਕਰਾਉਣ ਲਈ, ਇਹ ਮਰਜ਼ੀ ਨਾਲ ਸੰਪਟ ਪਾਠ ਕਰਨ ਲਈ, ਇਹ ਲੋਕਾਂ ਤੋਂ ਅਖੰਡ ਪਾਠ ਕਰਕੇ ਭੇਟਾ ਲੈਣ ਲਈ, ਏਦਾਂ ਛਾਪ ਕੇ 500 ਰੁਪਏ ਦੇ ਵੇਚ ਕੇ ਪੈਸੇ ਵੱਟਣ ਲਈ ਨਹੀਂ ਸੀ। ਇਹ ਤਾਂ ਜਾਨ ਆ ਕਿਸੇ ਦੀ। ਸਿਰ ਝੁਕਣਾ ਸਾਡਾ, ਜਦੋਂ ਸਿਰ ਝੁਕਣਾ ਆ, ਉਹਦੇ ਲਈ ਕੋਈ ਸੀਮਾ ਨਹੀਂ ਹੈਗੀ ਕਿ ਕਿੱਦਾਂ ਡੰਡੌਤ ਕਰਦੇ ਆ ਤੁਸੀਂ, ਕਿੱਦਾਂ ਮੱਥਾ ਟੇਕਦੇ ਆ ਤੁਸੀਂ। ਉਹ ਜ਼ਮੀਰ ਨੂੰ ਮਾਰ ਨਹੀਂ ਰਿਹਾ, ਉਹ ਇੱਕ ਗਰਵ ਦੀ ਨਿਸ਼ਾਨੀ ਆ, ਇੱਕ ਸਵੈ ਮਾਣ ਆ, ਅੰਦਰ ਆ ਰਿਹਾ ਫਖਰ, ਉਹਦੇ ਤੇ ਮਹਿਸੂਸ ਹੋ ਰਿਹਾ ਤੁਹਾਨੂੰ ਆਪਣੇ ਆਪ ਨੂੰ ਵੀ ਨਹੀਂ, ਇੱਥੇ ਝੁਕ ਕੇ ਮੇਰੇ ਅੰਦਰ ਕੁਛ ਹੈ, ਮੈਨੂੰ ਕੁਛ ਮਿਲਿਆ ਆ ਜਿਹਦੇ ਕਰਕੇ ਮੈਂ ਝੁਕ ਰਿਹਾ ਹਾਂ। ਉਹ ਝੁਕਣਾ ਜਿਹੜਾ ਤੁਹਾਡਾ, ਜਿੱਦਾਂ ਫਲਾਂ ਨਾਲ ਲੱਦਿਆ ਹੋਇਆ ਦਰਖਤ ਆਪਣੀਆਂ ਟਾਹਣੀਆਂ ਨੂੰ ਨੀਵੀਆਂ ਕਰਦਾ ਹੈ, ਏਦਾਂ ਉਹ ਝੁਕਣਾ ਹੈ ਤੁਹਾਡਾ। ਹੁਣ ਰੱਬ ਦੇ ਬਾਰੇ ਸਮਝ ਆ ਗਈ, 10 ਦੇ 35 ਦੇ ਬਾਰੇ ਆ ਗਈ, ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਆ ਗਈ। ਫਿਰ ਸਾਨੂੰ ਪਤਾ ਲੱਗ ਜਾਣਾ ਵੀ ਆ ਜਿਹੜੇ ਤਖਤ, ਆ ਜਿਹੜੀਆਂ ਇਮਾਰਤਾਂ, ਆ ਜਿਹੜੇ ਹਰਮੰਦਰ, ਆ ਬਿਲਡਿੰਗਾਂ, ਗੁਰਦੁਆਰੇ, ਜੋ ਕੁਛ ਬਣਾ ਕੇ, ਇਤਿਹਾਸ, ਰਹਿਤਨਾਮੇ, ਗ੍ਰੰਥ, ਜੋ ਕੁਛ ਸਾਡੇ ਨਾਂ ਤੇ, ਕਦੇ 10 ਗ੍ਰੰਥ, ਕਦੇ ਸੂਰਜ ਪ੍ਰਕਾਸ਼, ਕਦੇ ਪ੍ਰਾਚੀਨ ਪੰਥ ਪ੍ਰਕਾਸ਼, ਜਿੰਨੀਆਂ ਗੁਰਬਲਾਸਪਾ, ਜਿੰਨੀਆਂ ਜਨਮ ਸਾਖੀਆਂ, ਸਾਰਾ ਬਕਵਾਸ ਆ, ਲਿਆ ਕੇ ਸਾਡੇ ਸਿਰ ਤੇ ਮੜਿਆ ਆ। ਸਾਰਾ ਕੁਛ ਰਿਜੈਕਟ ਕਰ ਦੇਣਾ ਤੁਸੀਂ ਉਹਦੇ ਬਰਾਬਰ। ਔਰ ਆਪਣੇ ਆਪ ਦੇ ਵਿੱਚ ਜਿਹੜਾ ਰੂਹ ਦਾ ਰਾਜ ਆ ਨਾ ਸਾਡੀ ਦਾ, ਉਹ ਇੰਨਾ ਕੁ ਜ਼ਿਆਦਾ ਹਾਈ ਪਿਚ ਤੇ ਹੋਣਾ, ਕੀਮਤ ਕੋਈ ਨਹੀਂ ਉਹਦੀ, ਉਹ ਖੋ ਕੋਈ ਨਹੀਂ ਸਕੂਗਾ। ਇਹੀ ਕਾਰਨ ਆ ਕਿ ਕੋਈ ਆਰੇ ਨਾਲ ਚੀਰ ਕੇ ਨਹੀਂ ਖੋ ਰਿਹਾ, ਕੋਈ ਰੂਹ ਦੇ ਵਿੱਚ ਵਲੇਟ ਕੇ ਕਹਿੰਦਾ ਅੱਗ ਲਾ ਦੂੰ, ਜਾਲ ਦੂੰ, ਤਬਾਹ ਕਰ ਦੂੰ ਤੈਨੂੰ, ਕਹਿੰਦੇ ਨਹੀਂ, ਜੋ ਮਰਜ਼ੀ ਕਰ ਲਏਗਾ ਸਾਤੋਂ ਉਹ ਖੋ ਨਹੀਂ ਸਕੇਗਾ ਜੋ ਸਾਡੇ ਕੋਲ ਆ। ਉਹ ਸਾਡਾ ਆਪਣਾ ਹੋਣਾ ਆ, ਉਹ ਸ਼ੁਕਰਾਨਾ ਹੋਣਾ ਸਾਡਾ। ਉਹ ਤੋਂ ਬਿਨਾਂ ਜੋ ਕੁਛ ਸਾਨੂੰ ਅਡੰਬਰ ਦਿੱਤਾ ਜਾ ਰਿਹਾ ਨਾ, ਇਹ 5 ਪਿਆਰਿਆਂ ਦੀ ਗੱਲ ਆ, ਅੰਮ੍ਰਿਤ ਸੰਚਾਰ ਦੀ ਗੱਲ ਆ, ਬਾਣੀਆਂ ਦੀ ਗੱਲ ਆ, ਭਾਈ ਕੱਖ ਨਹੀਂ ਹੈਗਾ। ਇਹ ਬਕਵਾਸ ਕਰਦੇ ਆ। ਪਿਆਰ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਨਾਲ, ਉਹਨਾਂ ਰਚਨਾਵਾਂ ਨਾਲ ਜੋ ਉੱਥੇ ਗੁਰੂ ਸਾਹਿਬ ਸਾਨੂੰ ਕਹਿ ਕੇ ਗਏ ਆ, ਉਹ ਇਸ ਕਰਕੇ ਵੀ ਉੱਥੋਂ ਸਾਨੂੰ ਜੀਵਨ ਮਿਲਿਆ, ਸਾਨੂੰ ਅੱਜ ਜੋ ਹੈਗੇ ਅਸੀਂ ਉਹਦੀ ਬਦੌਲਤ ਆ, ਇਸ ਕਰਕੇ। ਫਿਰ ਤੁਹਾਨੂੰ ਪਤਾ ਲੱਗਣਾ ਵੀ ਸੀਮਾ ਨਹੀਂ ਹੈ ਕੋਈ, ਜੋ ਸਿੱਖਣਾ ਆ। ਅੱਜ ਅਸੀਂ ਉੱਥੇ ਰੁਕ ਥੋੜੀ ਜਾਣਾ ਆ। ਗੁਰੂ ਨਾਨਕ ਦੇਵ ਜੀ ਇਦਾਂ ਥੋੜੀ ਕਹਿਣਗੇ ਵੀ ਤੂੰ ਵੇਟ ਕਰੀ ਸਿੱਖਾ, ਜਦੋਂ ਤੇਰਾ ਮੁੰਡਾ 7 ਸਾਲ ਦਾ ਹੋਇਆ, ਡੰਕੇ ਦੀ ਚੋਟ ਨਾਲ ਏਦਾਂ ਫੜ ਕੇ ਡੰਡਾ ਕਹਿ ਦੇਈ ਵੀ ਨਾ ਮੈਂ ਮੁੰਡੇ ਦੇ ਜਨੇਊ ਨਹੀਂ ਪੈਣ ਦੇਣਾ। ਬੱਚਾ ਤੇਰਾ ਕਹਿੰਦਾ ਮੈਂ ਨਹੀਂ ਜਨੇਊ ਪਾਉਂਦਾ, ਉਹ ਲੋੜ ਹੀ ਨਹੀਂ ਯਾਰ ਜਨੇਊ ਦੀ। ਅੱਜ ਤਾਂ ਆਪਣੇ ਮੁੰਡੇ ਨੂੰ 20 ਰੁਪਏ ਦੇਈ, ਚਾਹੇ ਉਹ ਭੁੱਖੇ ਸਾਧੂਆਂ ਨੂੰ ਭੋਜਨ ਖਿਲਾਇਆ ਵੇ, ਚਾਹੇ ਉਹ ਜਿੱਥੇ ਮਰਜ਼ੀ ਲਾਵੇ, ਚਪੇੜ ਨਾ ਮਾਰੀ ਉਹਦੇ ਸਿੱਖਾ। ਇਹ ਗੁਰਮਤਿ ਦੇ ਉਲਟਿਆ ਪਏ, ਹੱਦ ਹੋ ਗਈ ਯਾਰ। 2-2, 250-250 ਦੇ ਆਮ ਖਿਡੌਣੇ ਆ ਉਹਨਾਂ ਦੇ। $20-30 ਤੋਂ ਇੱਕ ਡੰਗ ਦਾ ਖਾਣਾ ਨਹੀਂ ਖਾਂਦਾ ਨਿਆਣਾ, $20-30 ਤੋਂ ਘੱਟ। 1500 ਦੇ 2-2000 ਦੇ ਆਈਪੈਡ, ਆਈਫੋਨ ਆ ਉਹਨਾਂ ਦੇ ਕੋਲ।
ਕੰਪਿਊਟਰ 2-2 4-4 ਹਜ਼ਾਰ ਦੇ ਕੰਪਿਊਟਰ ਰੱਖ ਕੇ ਬੈਠੇ ਆ। ਅੱਜ ਉਹ ਗੱਲ ਕਿੱਥੇ ਭਰੋਸੇ ਦੀ, ਉਹ ਗੱਲਾਂ ਕਿੱਥੇ ਰਹਿ ਗਈਆਂ? ਉਹ ਚੀਜ਼ਾਂ ਨੇ ਰਿਪੀਟ ਨਹੀਂ ਹੋਣਾ। ਇਤਿਹਾਸ ਜਿਹੜੇ ਇਤਿਹਾਸ ਦਾ, ਜਿਹੜੇ ਗ੍ਰੰਥਾਂ ਦਾ, ਜਿਹੜੇ ਰਹਿਤਨਾਮਿਆਂ ਦਾ, ਜਿਹੜੀਆਂ ਰਹਿਤ ਮਰਿਆਦਾਵਾਂ ਦਾ, ਜਿਹੜੀਆਂ ਪਰੰਪਰਾਵਾਂ ਦਾ ਇਹ ਲੋਕ ਰੌਲਾ ਪਾਉਂਦੇ ਆ, ਸਾਰਾ ਬਕਵਾਸ ਆ। ਸਾਰਾ ਢਾਹ ਕੇ ਸਿੱਟ ਦੇਣਾ ਤੁਸੀਂ। ਉਹਦੇ ਵਿੱਚੋਂ ਬਚਣਾ ਉਹ ਆ ਜਿਹੜਾ ਸ਼ੁੱਧ ਕਠਾਲੀ ਚੋਂ ਨਿਕਲਿਆ ਹੋਇਆ ਹੋਣਾ। ਉਹ ਸਾਡੇ ਉੱਤੇ ਆ, ਸਾਡੀ ਮਰਜ਼ੀ ਆ, ਸਾਡੀ ਖੁਸ਼ੀ ਆ। ਜਿੰਨੀ ਹਿੰਮਤ ਆ, ਜਿੰਨੀ ਤਾਕਤ ਆ ਸਾਡੇ 'ਚ, ਜੋ ਕੁਛ ਕਰ ਸਕਾਂਗੇ ਅਸੀਂ, ਜਿੰਨਾ ਸ਼ੁਕਰਾਨਾ, ਜਿੰਨਾ ਕਿਸੇ ਦਾ ਕੋਈ ਜਾਗਦਾ ਹੈ ਨਾ, ਠੀਕ ਹੈ। ਜਿਹੜੀ ਮੈਂ ਗੱਲ ਕਰਦਾ, ਜਦੋਂ ਜਿਹੜੀ ਬੱਚੀ ਦੀ ਮੈਂ ਉਦਾਹਰਨ ਦਿੰਦਾ ਸੀ ਵੀ ਜਿਹਦੇ ਅੰਦਰ ਉਹ ਸ਼ੁਕਰਾਨਾ ਹੋਊਗਾ ਨਾ, ਜਿਹੜੀ ਜੈਨੂਨ ਹੋਊਗੀ ਵੀ ਜੀਵਨ ਸੀ ਮੇਰਾ, ਇਹ ਮੈਂ ਤਾਂ ਮਰ ਜਾਣਾ ਸੀ ਇਹ ਤੋਂ ਬਿਨਾਂ, ਆ ਬੰਦਾ ਆਇਆ ਜਿਹਨੇ ਮੇਰੇ ਘਰਦਿਆਂ ਨੂੰ ਕਨਵਿੰਸ ਕਰਕੇ ਮੈਨੂੰ ਮੇਰੀ ਜ਼ਿੰਦਗੀ ਨਾਲ ਜੋੜ ਦਿੱਤਾ। ਮੇਰੇ ਸਾਹ ਚੱਲਦੇ ਵੀ ਤਾਂ ਲੋਥ ਫਿਰਦੀ ਹੋਣਾ ਸੀ ਮੈਂ ਤਾਂ। ਜਿਹਨੂੰ ਇਹ ਯਾਦ ਹੋਊਗਾ, ਜਿਹਨੂੰ ਅਹਿਸਾਸ ਹੋਊਗਾ, ਉਹਦੇ ਮਨ 'ਚ ਜ਼ਰੂਰ ਸ਼ੁਕਰਾਨਾ ਆਊਗਾ ਔਰ ਹਮੇਸ਼ਾ ਰਹੂਗਾ। ਜਿੱਦਣ ਇਸ ਨਜ਼ਰੀਏ ਨਾਲ ਅਸੀਂ ਦੇਖਣ ਲੱਗੇ ਉਹਨਾਂ 35 ਨੂੰ, ਉਹਨਾਂ ਨੇ ਭਗਤ ਕਬੀਰ ਨੇ, ਸ਼ੇਖ ਫਰੀਦ ਨੇ, ਰਵਿਦਾਸ ਜੀ ਨੇ, ਭਗਤ ਨਾਮਦੇਵ ਜੀ ਨੇ ਆਪਣੇ ਜੀਵਨ ਵਿੱਚ ਉਹ ਕੀਤਾ। ਉਹ ਪੁਜਾਰੀ ਦੇ ਮੂਹਰੇ ਖੜ ਕੇ, ਸਟੈਂਡ ਲੈ ਕੇ, ਉਹਦੇ ਤਖਤਾਂ ਦੀਆਂ ਨੀਹਾਂ ਲਾ ਕੇ ਮੰਦਰਾਂ ਨੂੰ ਐਸਾ ਇਦਾਂ ਦਾ ਲੜਖੜਾਇਆ, ਉਹ ਅਗਲਾ ਖੜਾ ਹੀ ਨਹੀਂ ਸਕਿਆ ਲੱਤਾਂ ਦੇ ਉੱਤੇ। ਹਰੇਕ ਦੇ ਅੰਦਰ ਹਿੰਮਤ ਆ ਕੇ ਵੀ ਜਾਓ, ਦਫਾ ਹੋ ਜਾ। ਅੱਜ ਹੈ ਆਪਣੇ ਜਥੇਦਾਰਾਂ ਨੂੰ ਦੇਖੋ, ਹੈ ਕੋਈ ਅਕਲ ਦਾ ਪੱਖ ਇਹਨਾਂ ਦਾ ਜਿਹੜੇ ਦੇਖ ਕੇ ਤੁਸੀਂ ਏਦਾਂ ਸਿਰ ਝੁਕਾਓ? ਕਿਹੜਾ ਹੁਕਮ ਇਹਨਾਂ ਦਾ ਚੱਲਦਾ? ਆਹੀ ਹਾਲ ਕੀਤਾ ਹੋਣਾ ਭਗਤਾਂ ਨੇ ਉਸ ਵੇਲੇ ਪੁਜਾਰੀ ਦਾ। ਹਰੇਕ ਉੱਠ ਕੇ ਜਦੋਂ ਕਹਿੰਦੇ ਹੋਣੇ ਆ, ਅਗਲਾ ਗੰਗਾ ਦੇ ਕਿਨਾਰੇ ਰਹਿ ਕੇ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ ਬਨਾਰਸ ਵਿੱਚ ਰਹਿ ਕੇ, ਜਿੱਥੇ ਅਗਲਾ ਕਹਿੰਦਾ ਵੀ ਗੰਗਾ ਦੇ ਵਿੱਚ ਇਸ਼ਨਾਨ ਕਰਕੇ ਬੰਦਾ ਪਵਿੱਤਰ ਹੋ ਜਾਂਦਾ, ਉਹ ਕਹਿੰਦਾ ਹੱਦ ਹੋ ਗਈ। ਮੈਂ ਤੁੰਬੜੀ ਕਹਿੰਦੇ ਸਿੱਟੀ ਨੂੰ 15 ਦਿਨ ਹੋ ਗਏ, ਮੈਂ ਤਾਂ ਕੱਲ ਦੇਖੀ ਖੋਲ ਕੇ ਕੱਟ ਕੇ। ਉਹ ਤਾਂ ਫਿਰ ਕੌੜੀ ਦੀ ਕੌੜੀ ਸੀ ਓਏ। ਲੋਕੀ ਕਹਿੰਦੇ 68 ਤੀਰਥ ਨਹਾਈ, ਕੱਲੀ ਗੰਗਾ ਦੀ ਛੱਡ 68 ਤੀਰਥਾਂ ਤੇ ਇਸ਼ਨਾਨ ਕਰਕੇ ਲਾਇਆ। ਕੌੜਤਣ ਤਉ ਨਾ ਜਾਈ, ਸਾਧ ਭਲੇ ਨਹਾਤਿਆਂ, ਚੋਰ ਸੇ ਚੋਰਾ ਚੋਰ। ਉਸ ਵੇਲੇ ਗੱਲਾਂ ਕਹਿਣੀਆਂ, ਬਨਾਰਸ ਵਿੱਚ ਰਹਿ ਕੇ ਕਹਿਣੀਆਂ, ਔਰ ਜਲਾਇਆਂ ਦੇ ਚਮਾਰਾਂ ਦੇ ਘਰ ਜੰਮ ਕੇ ਕਹਿਣੀਆਂ। ਜਦੋਂ ਸੁਣਦੇ ਆ ਉਹਨਾਂ ਨੂੰ, ਇਹ ਕਿਤੇ ਜਿਨ੍ਹਾਂ ਨੇ ਮੰਦਰ ਬਣਾ ਕੇ, ਬਿਲਡਿੰਗਾਂ ਬਣਾ ਕੇ ਉਹਨਾਂ ਦੇ ਨਾਂ ਤੇ ਕਮਾਈਆਂ ਕਰਨੀਆਂ ਸੀ, ਉਹਨਾਂ ਲੁਟੇਰਿਆਂ ਲਈ ਨਹੀਂ, ਉਹਨਾਂ ਨੂੰ ਅਹਿਸਾਸ ਨਹੀਂ ਹੋਣਾ। ਉਹਨਾਂ ਨੂੰ ਇੱਕ ਬੱਚੀ ਕਿਸੇ ਨੂੰ ਪਿਆਰ ਕਰਦੀ ਆ, ਉਹਦੇ ਸਾਹ ਆ, ਉਹਦੀ ਜਾਨ ਆ ਉਹ ਉਹਦੇ ਵਿੱਚ, ਤੇ ਇੱਕ ਔਰਤ ਸਿਰਫ ਸੋਣਾ ਚਾਹੁੰਦੀ ਆ। ਇੱਕ ਮੁੰਡਾ ਔਰਤ ਨੂੰ ਪਿਆਰ ਕਰਦਾ, ਬੱਚੀ ਨੂੰ, ਲੜਕੀ ਨੂੰ ਪਿਆਰ ਕਰਦਾ, ਉਹਦੇ ਨਾਲ ਜੀਵਨ ਜੀਣਾ ਚਾਹੁੰਦਾ ਆ, ਉਹਦੀ ਜਾਨ ਆ। ਇੱਕ ਸਿਰਫ ਰਾਤ ਕੱਟਣੀ ਚਾਹੁੰਦਾ ਆ। ਇਹ ਜਿਹੜੇ ਲੋਕ ਅੱਜ ਮੰਦਰਾਂ 'ਚ, ਗੁਰਦੁਆਰਿਆਂ 'ਚ ਭਗਤ ਰਵਿਦਾਸ ਦਾ, ਗੁਰੂ ਨਾਨਕ ਦਾ, 10 ਪਾਤਸ਼ਾਹੀਆਂ ਦਾ, ਉਹਨਾਂ ਦਾ ਨਾਂ ਲਿਖ ਕੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਕਾਬਜ਼ ਹੋ ਕੇ ਬੈਠੇ ਆ, ਇਹਨਾਂ 'ਚ ਉਨਾ ਫਰਕ ਆ। ਇੱਕ ਉਹ ਭਗਤਾਂ ਦਾ, 10 ਦਾ ਸਤਿਕਾਰ ਕਰਦਾ, ਉਹ ਆ ਜਿਹਦੇ ਲਈ ਜੀਵਨ ਆ। ਪਰ ਇਹ ਜਿਹੜੇ ਉੱਤੇ ਕਾਬਜ਼ ਹੋ ਕੇ ਬੈਠੇ ਆ, ਇਹ ਉਹ ਆ ਜਿਹੜੇ ਸਿਰਫ ਰਾਤਾਂ ਗੁਜ਼ਾਰਨੀਆਂ ਚਾਹੁੰਦੇ ਆ, ਜਿਨ੍ਹਾਂ ਦੇ ਲਈ ਧੰਦਾ ਆ। ਇਹਨੇ ਤਾਂ ਆਪਣੀ ਸ਼ੋਹਰਤ ਲਈ, ਆਪਣੇ ਮਾਣ ਲਈ, ਆਪਣੀ ਰਿਸਪੈਕਟ ਲਈ, ਆਪਣੀ ਬੱਲੇ ਬੱਲੇ ਲਈ, ਆਪਣੇ ਟੱਬਰਾਂ ਦੀ ਢੋਆ ਢੁਆਈ ਦੇ ਲਈ, ਸਮਗਲਿੰਗ ਕਰਨ ਲਈ, ਲੋਕਾਂ ਦਾ ਪੈਸਾ ਇਕੱਠਾ ਕਰਕੇ ਆਪਣੇ ਬਲੈਕ ਮਨੀ ਨੂੰ ਵਾਈਟ ਕਰਨ ਦੇ ਲਈ ਸਾਧਨ ਬਣਾਇਆ ਗੁਰੂ ਗ੍ਰੰਥ ਸਾਹਿਬ ਨੂੰ। ਹੋਰ ਕੱਖ ਨਹੀਂ, ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਉਹਨਾਂ ਭਗਤਾਂ ਨਾਲ, 10 ਨਾਲ, ਗੁਰੂ ਗ੍ਰੰਥ ਸਾਹਿਬ ਦੇ ਨਾਲ। ਹੋ ਸਕਦਾ ਸਾਡੇ ਕੋਲ ਉਹ ਉਦਾਂ ਦਾ ਪਲੈਨਿੰਗ ਵਾਲਾ ਦਿਮਾਗ ਨਾ ਹੋਵੇ ਕਿ ਇਹ ਚੀਜ਼ ਕਿੱਦਾਂ ਪੇਸ਼ ਕਰੀਏ, ਪਰ ਇਮਾਨਦਾਰੀ ਜਿਹੜੀ ਹੈ ਨਾ, ਇੱਕ ਸਮਾਂ ਆਊਗਾ ਸਾਬਤ ਕਰਾਂਗੇ ਅਸੀਂ। ਔਰ ਹੁਣ ਉਹ ਦਿਨ ਦੂਰ ਨਹੀਂ, ਅਸੀਂ ਕਰਕੇ ਦਿਖਾਵਾਂਗੇ ਕਿ ਤਖਤ ਸਾਡੇ ਕਿੱਦਾਂ ਦੇ ਹੋਣਗੇ, ਗੁਰਦੁਆਰੇ ਕਿੱਦਾਂ ਦੇ ਹੋਣਗੇ। ਤੁਸੀਂ ਜਿਸ ਹੱਦ ਤੱਕ ਜਲੀਲ ਕਰਨ ਲੱਗੇ ਆ ਨਾ, ਟਕਸਾਲੀਆਂ ਦੇ ਨਾਲ ਗੱਲ ਹੋਰ ਸੀ। ਆ ਜਿਹੜਾ ਬੀੜਾ ਹੁਣ ਜਾਗਰੂਕਾਂ ਨੇ ਚੱਕਿਆ ਨਾ, ਵਾਦਾ ਆ, ਤਕੜੇ ਹੋ ਕੇ ਰਹੋ, ਤੁਹਾਨੂੰ ਦਿਖਾਵਾਂਗੇ ਕਰਕੇ।